ਹੈਲੋ ਸਟੂਡੈਂਟਸ, ਅੱਜ ਅਸੀਂ ਮੰਚ ਮਹਿਕ ਕਿਤਾਬ ਦੇ ਵਿੱਚੋਂ ਸਾਡਾ ਜਿਹੜਾ ਲਾਸਟ ਪਾਰਟ ਜਿਹੜਾ ਰਹਿ ਗਿਆ ਹੈ ਪਰਤਾਂ ਤੱਕ ਉਸ ਨੂੰ ਪੜ੍ਹਾਂਗੇ। ਪਰ ਉਸ ਤੋਂ ਪਹਿਲਾਂ ਜੋ 10ਵੀਂ ਕਲਾਸ ਦੇ ਵਿੱਚ ਜੋ ਸਿਲੇਬਸ ਦੇ ਵਿੱਚੋਂ ਚੈਪਟਰ ਕੱਟੇ ਗਏ ਨੇ ਯਾਨੀ ਹਟਾ ਦਿੱਤੇ ਗਏ ਨੇ ਉਹਨਾਂ ਬਾਰੇ ਮੈਂ ਗੱਲ ਕਰ ਲਾਂ। ਇਹ ਤੁਸੀਂ ਜੇ ਸਿਲੇਬਸ ਬਾਰੇ ਤੁਸੀਂ ਦੇਖੋ ਤੇ ਤੁਹਾਡੇ ਕੋਲ ਜਿਹੜੀਆਂ ਸੀ ਇਹ 10 ਕਹਾਣੀਆਂ ਸੀ, ਠੀਕ ਹੈ। ਇਹ 10 ਕਹਾਣੀਆਂ ਦੇ ਵਿੱਚੋਂ ਹੁਣ ਇਹ ਸੱਗੀ ਫੁੱਲ ਪਾਰਟ 6ਵਾਂ ਅਤੇ ਪਾਰਟ 10ਵਾਂ ਸ਼ਹੀਦ, ਇਹ ਦੋਨੋਂ ਜਿਹੜੀਆਂ ਕਹਾਣੀਆਂ ਨੇ ਹੁਣ ਇਹ ਕੱਟੀਆਂ ਗਈਆਂ ਨੇ। ਇਹ ਤੁਹਾਡੇ ਸਿਲੇਬਸ ਦੇ ਵਿੱਚ ਜਿਹੜੀਆਂ ਨਹੀਂ ਨੇ ਅਤੇ ਇਹ ਤੁਹਾਡੇ 10th ਦੇ ਬੋਰਡ ਦੇ ਐਗਜ਼ਾਮ ਦੇ ਵਿੱਚ ਵੀ ਇਹ ਦੋਨੋਂ ਕਹਾਣੀਆਂ ਨਹੀਂ ਆਉਣੀਆਂ। ਹੁਣ ਸਿਰਫ ਜਿਹੜੇ ਆ ਬਹੁਤਾ ਪਾਦੀ, ਪੱਤਾ, ਜੀਨਤਾਪਾ, ਧਰਤੀ ਹੇਠਲਾ ਬਲਦ, ਸਾਂਝੀ ਕੰਧ, ਰੱਬ ਤੇ ਰੁੱਤਾਂ, ਬਾਕੀ ਸਭ ਸੁੱਖ ਸਾਂਦ ਤੇ ਚੰਦੋਆ, ਇਹ ਪਾਰਟ ਸਿਰਫ ਜਿਹੜੇ ਆ ਉਹ ਕਹਾਣੀਆਂ 'ਚੋਂ ਰਹਿ ਗਏ ਨੇ। ਕਵਿਤਾਵਾਂ ਦੀ ਗੱਲ ਕਰੀਏ, ਨਿੱਕੇ ਵੱਡੇ ਦਾ ਡਰ ਅਤੇ ਹਨੇਰਾ ਜਰੇਗਾ ਕਿਵੇਂ, ਇਹ ਵੀ ਦੋਨੋਂ ਕਵਿਤਾਵਾਂ ਕੱਟ ਦਿੱਤੀਆਂ ਗਈਆਂ ਨੇ। ਅਤੇ ਪਹਿਲੀਆਂ 8 ਕਵਿਤਾਵਾਂ ਇਹ ਰਹਿ ਗਈਆਂ ਨੇ। ਸਮਾਂ, ਮਾਂ ਦਾ ਦਿਲ, ਮੇਲੇ ਵਿੱਚ ਜੱਟ, ਛੱਤੋ ਦੀ ਬੇਰੀ, ਅੱਜ ਆਖਾਂ ਵਾਰਿਸ਼ਾਂ ਨੂੰ, ਜਿਉਂਦੇ ਭਗਵਾਨ, ਰੁੱਖ, ਮੇਰਾ ਬਚਪਨ, ਇਹ ਸਿਰਫ ਜਿਹੜੀਆਂ ਕਵਿਤਾਵਾਂ ਰਹਿ ਗਈਆਂ ਨੇ। ਇਸ ਤੋਂ ਬਾਅਦ ਇਕਾਂਗੀ ਦੀ ਜੇ ਅਸੀਂ ਗੱਲ ਕਰੀਏ ਅਤੇ ਜਿਹੜੀ ਹੈ ਫੁੱਲਾਂ ਨੂੰ ਕਿਤਾਬਾਂ ਵਿੱਚ ਨਾ ਰੱਖੋ, ਇਹ ਇਕਾਂਗੀ ਜਿਹੜੀ ਸੀ ਇਹਦੇ ਵਿੱਚੋਂ ਇਹ ਜਿਹੜਾ ਕੱਟ ਦਿੱਤੀ ਗਈ ਹੈ, ਠੀਕ ਹੈ। ਅਤੇ ਸਿਰਫ ਹੁਣ ਸੁਹਾਗ, ਡਾਕਟਰ ਪਲਟਾ, ਦੁਸ਼ਮਣ ਅਤੇ ਪਰਤਾਂ ਤੱਕ, ਇਹ ਚਾਰੇ ਰਹਿ ਗਈਆਂ ਨੇ। ਅਤੇ ਇਹ ਤਿੰਨੇ ਅਸੀਂ ਕਰ ਚੁੱਕੇ ਹਾਂ, ਸੁਹਾਗ, ਡਾਕਟਰ ਪਲਟਾ, ਦੁਸ਼ਮਣ। ਅੱਜ ਅਸੀਂ ਜਿਹੜੀ ਆ ਪਰਤਾਂ ਤੱਕ ਜਿਹੜੀ ਆ ਉਹ ਕਰਾਂਗੇ, ਠੀਕ ਹੈ ਬੇਟਾ ਜੀ। ਇਹ ਸੀ ਸਿਲੇਬਸ। ਇਸ ਦੇ ਅਕੋਰਡਿੰਗ ਹੀ ਤੁਸੀਂ ਜਿਹੜਾ ਹੁਣ ਆਪਣੇ ਬੋਰਡ ਦੇ ਐਗਜ਼ਾਮ ਦੀ ਤਿਆਰੀ ਜਿਹੜੀ ਆ ਉਹ ਕਰਨੀ ਹੈ। ਅਤੇ ਜਿਹੜਾ ਲੈਂਗੁਏਜ ਪਾਰਟ ਆ ਉਹ ਸੇਮ ਰਹੇਗਾ, ਉਹਦੇ ਵਿੱਚ ਕੋਈ ਕਰੈਕਸ਼ਨ ਨਹੀਂ। ਐਪਲੀਕੇਸ਼ਨ, ਐਸੇ, ਕੰਪਰੀਹੈਂਸ਼ਨ ਜਾਂ ਵਿਰੋਧੀ ਸ਼ਬਦ, ਮੁਹਾਵਰੇ, ਸਭ ਕੁਛ ਜਿੱਦਾਂ ਸੇਮ ਸੀ ਉਹਦੇ ਵਿੱਚ ਉਹ ਆਏਗਾ। ਆਓ ਹੁਣ ਅਸੀਂ ਅੱਜ ਜਿਹੜਾ ਪਾਰਟ ਚੌਥਾ ਆ ਉਹਨੂੰ ਅਸੀਂ ਕਰਾਂਗੇ ਅਤੇ ਉਹਨੂੰ ਸਮਝਾਂਗੇ। ਦੇਖੋ, ਪਰਤਾਂ ਤੱਕ ਅਸੀਂ ਕਰਨਾ ਅਤੇ ਸਤੀਸ਼ ਸ਼ਰਮਾ ਦੀ ਲਿਖੀ ਹੋਈ ਹੈ। ਸਟਾਰਟ ਕਰਨ ਤੋਂ ਪਹਿਲਾਂ ਇਸ ਇਕਾਂਗੀ ਦੇ ਜਿਹੜਾ ਯਾਨੀ ਪਲੇ ਆ, ਇਸ ਇਕਾਂਗੀ ਦਾ ਜਿਹੜਾ ਆ ਕਰੈਕਟਰ ਕਿਹੜੇ ਨੇ ਉਹਦੇ ਬਾਰੇ ਜਾਣਕਾਰੀ ਇਕੱਠੀ ਕਰਨੀ। ਅਸੀਂ 2 ਮਰਾਸੀ ਨੇ, ਠੀਕ ਹੈ। ਸੱਜਣ ਵੱਡਾ ਭਰਾ ਆ, ਇਹਦੇ ਵਿੱਚ ਸੁੰਦਰ ਛੋਟਾ ਭਰਾ ਆ, ਕਰਤਾਰੀ ਵੱਡੇ ਭਰਾ ਦੀ ਘਰਵਾਲੀ ਆ, ਸੰਤੀ ਛੋਟੇ ਭਰਾ ਦੀ ਘਰਵਾਲੀ ਆ, ਗੁਰਦੀਪ ਸੱਜਣ ਦਾ ਮੁੰਡਾ, ਰਜਿੰਦਰ ਸੁੰਦਰ ਦਾ ਮੁੰਡਾ, ਬਜ਼ੁਰਗ ਜਿਹੜਾ ਆ ਸੱਜਣ ਅਤੇ ਸੁੰਦਰ ਦਾ ਪਿਤਾ। ਸਮਾਂ ਅੱਜ ਕੱਲ੍ਹ ਦਾ ਆ ਅਤੇ ਸਥਾਨ ਪੰਜਾਬ ਦਾ ਕੋਈ ਇੱਕ ਪਿੰਡ ਜਿਹੜਾ ਤੁਸੀਂ ਲਾ ਕੇ ਚੱਲ ਸਕਦੇ ਹੋ। ਹੁਣ ਅਸੀਂ ਜੇ ਇਹ ਸਾਰੇ ਕਰੈਕਟਰ ਨੇ ਪਲੇ ਦੇ ਵਿੱਚ, ਇਸ ਇਕਾਂਗੀ ਦੇ ਵਿੱਚ, ਅਤੇ ਜੇ ਅਸੀਂ ਸਟੇਜ ਇੱਕ ਲਗਾਉਣੀ ਹੋਵੇ ਤਾਂ ਉਸ ਸਟੇਜ ਦੇ ਵਿੱਚ ਸਾਨੂੰ ਕੀ ਚਾਹੀਦਾ ਆ ਉਹ ਅਸੀਂ ਦੇਖਣਾ। ਪੈਂਦੇ ਪਿੰਡ ਵਿੱਚ ਸਟੇਜ ਲੱਗੀ ਹੋਈ ਆ, ਪੜਦਾ ਹੋਇਆ ਪੰਡਾਲ ਵਿੱਚ ਖਚਾ ਖਚ ਭੀੜ ਹੈ। ਸਪਸ਼ਟ ਹੈ ਪਿੰਡ ਦੇ ਲੋਕ ਕੋਈ ਸਮਾਗਮ ਵੇਖਣ ਆਏ ਹੋਏ ਹਨ। ਪੰਡਾਲ ਸੱਜਿਆ ਹੋਇਆ, ਅਚਾਨਕ 2 ਮਰਾਸੀ ਇੱਕ ਕੋਨੇ 'ਚੋਂ ਮੰਚ ਉੱਤੇ ਆ ਚੜ੍ਹਦੇ ਨੇ, ਠੀਕ ਹੈ। ਇਹ 2 ਮਰਾਸੀਆਂ ਦੀ ਮੈਂ ਗੱਲ ਕਰ ਰਿਹਾ ਜਿਹੜੇ ਮੰਚ 'ਤੇ ਆਉਂਦੇ ਨੇ। ਉਹਨਾਂ ਨੇ ਪਰੰਪਰਾਗਤ ਮਰਾਸੀਆਂ ਵਾਲੇ ਕੱਪੜੇ ਪਾਏ ਹੋਏ ਨੇ ਅਤੇ ਇੱਕ ਦੇ ਹੱਥ ਵਿੱਚ ਮੋਟਾ ਹੈ ਅਤੇ ਦੂਜੇ ਦਾ ਹੱਥ ਵਾਰ-ਵਾਰ ਸਿਰ 'ਤੇ ਬੱਧੇ ਪਰਨੇ ਨੂੰ ਪੈਂਦਾ ਹੈ। ਮੰਚ 'ਤੇ ਚੜ੍ਹਦਿਆਂ ਹੀ ਬੋਲਦੇ ਆਉਂਦੇ ਨੇ। ਕੀ ਕਹਿੰਦੇ ਨੇ? ਭਾਗ ਲੱਗੇ ਰਹਿਣ, ਵੇਲਾਂ ਵੱਧਦੀਆਂ ਰਹਿਣ, ਰੌਣਕਾਂ ਲੱਗੀਆਂ ਰਹਿਣ, ਸਾਡੇ ਜਜਮਾਨਾਂ ਦੇ ਵੇਰੇ ਭੜਦੇ ਰਹਿਣ, ਘਰ ਵਸਦੇ ਰਹਿਣ। ਪਹਿਲਾ ਜਿਹੜਾ ਮਰਾਸੀ ਆ ਉਹ ਕਹਿੰਦਾ ਜੀ ਬਚਦੇ ਰਹਿਣ, ਅਤੇ ਦੂਜਾ ਉਹਦਾ ਜਵਾਬ ਦਿੰਦਾ, ਕਹਿੰਦਾ ਦੁਰ ਫੁੱਟੇ ਮੂੰਹ ਤੇਰਾ ਹੋਏ, ਜੀ ਬਚਦੇ ਰਹਿਣ ਦਾ ਕੀ ਭਾਵ ਹੈ? ਕੀ ਆਖਿਆ ਤੂੰ? ਮਰੇ ਪਲੇਗ ਪਈ ਹੋਈ ਹੈ ਜਾਂ ਕੋਈ ਹੈਜਾ ਫੈਲਿਆ ਹੋਇਆ ਹੈ? ਪਹਿਲਾ ਕਹਿੰਦਾ ਨਹੀਂ ਓਏ, ਪਲੇਗ ਅਤੇ ਹੈਜਾ ਅਤੇ ਅੱਜ ਕੱਲ੍ਹ ਨਹੀਂ ਫੈਲਦਾ, ਸਰਕਾਰ ਨੇ ਰੋਕਾਂ ਲਾ ਛੱਡੀਆਂ ਨੇ। ਜਿੱਦਾਂ ਬੇਟਾ ਜੀ ਅੱਜ ਕੱਲ੍ਹ ਕਰੋਨਾ ਦਾ ਵਾਇਰਸ ਜਿਹੜਾ ਚੱਲ ਰਿਹਾ, ਅੱਜ ਤੋਂ ਕੁਝ ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਪਲੇਗ ਅਤੇ ਹੈਜਾ ਦੀ ਬਿਮਾਰੀ ਵੀ ਸੇਮ ਇਸੇ ਤਰੀਕੇ ਦੀ ਆਈ ਸੀ। ਪਰ ਹੁਣ ਅੱਜ ਕੱਲ੍ਹ ਜਿਹੜੀ ਆ ਪਲੇਗ ਅਤੇ ਹੈਜਾ ਦੀ ਜਿਹੜੀ ਮੈਡੀਸਿਨ ਜਿਹੜੀ ਉਹ ਤਿਆਰ ਹੋ ਚੁੱਕੀ ਹੈ। ਇਸ ਕਰਕੇ ਉਹ ਹੁਣ ਇਹਦਾ ਜਵਾਬ ਜਿਹੜਾ ਉਹ ਦਿੰਦਾ ਆ ਮੁੰਡਾ। ਕੀ ਕਹਿੰਦਾ ਅੱਗੇ? ਦੂਜਾ ਕਹਿੰਦਾ ਅਤੇ ਫਿਰ ਹੋਰ ਕੀ ਆਫਤ ਆਈ ਆ? ਪਹਿਲਾ ਕਹਿੰਦਾ ਉਹ ਮੱਖਣਾ ਤੇਰੀ ਖੜੋਪਰੀ 'ਚ ਗੱਲ ਨਹੀਂ ਪੈਂਦੀ ਓਏ, ਆ ਮਾਰ ਧਾਰ ਤੋਂ ਮਤਲਬ ਹੈ ਮੇਰਾ ਭਈ ਜੀ ਬਚਦੇ ਰਹਿਣ, ਮੱਖਾਂ ਅੱਗ ਲੱਗੀ ਜਾਂਦੀ ਹੈ ਮੇਰੇ ਪੁੱਤ ਦੀਆਂ। ਕਹਿੰਦਾ ਮੇਰਾ ਮਤਲਬ ਇਹ ਸੀ ਜਿਹੜਾ ਅਸੀਂ ਜਾਤ ਪਾਤ ਦੇ ਨਾਂ 'ਤੇ, ਰੰਗ ਭੇਦ ਦੇ ਨਾਂ 'ਤੇ ਲੜੇ ਜਾਂਦੇ ਹਾਂ, ਮੈਂ ਇਸ ਮਾਰ ਧਾਰ ਦੀ ਗੱਲ ਜਿਹੜੀ ਸੀ ਉਹ ਕਰ ਰਿਹਾ ਸੀ। ਦੂਜਾ ਕਹਿੰਦਾ ਓਏ ਇਹ ਕੀ ਤੂੰ ਆਉਂਦਿਆਂ ਹੀ ਅੱਗਾਂ ਦੀ ਮੁਹਾਰਨੀ ਤੋਰ ਪਈ ਆ ਪਤੰਦਰਾ? ਅੱਗੇ ਅਖਬਾਰ, ਟੈਲੀਵਿਜ਼ਨ ਅਤੇ ਹੋਰ ਲੋਕ ਥੋੜ੍ਹੇ ਨੇ ਇਹਨਾਂ ਅੱਗਾਂ 'ਤੇ ਬਸਤਾਰ ਦੇਣ ਨੂੰ?
ਤੂੰ ਕੋਈ ਚੱਜ ਦੀ ਗੱਲ ਕਰ। ਆਪਣੇ ਬਜ਼ੁਰਗਾਂ ਨੂੰ ਦਾਤ ਮਿਲੀ ਹੋਈ ਹੈ ਪਈ, ਲੁਕਾਈ ਨੂੰ ਕੋਈ ਠੰਡ ਠੰਡਾਰ ਦੀ ਗੱਲ ਹੀ ਸੁਣਾ, 2 ਪਲ ਹਸਾਓ, ਰੌਣਕਾਂ ਲਾਓ। ਕਹਿੰਦਾ ਅੱਗੇ ਹੈ ਜਿਹੜੀ ਮਾਰ ਧਾਰ ਜਾਂ ਫਿਰ ਨੈਗੇਟਿਵ ਗੱਲਾਂ ਜਿਹੜੀਆਂ ਅਖਬਾਰ ਅਤੇ ਟੈਲੀਵਿਜ਼ਨ ਥੋੜ੍ਹੀਆਂ ਦਿੰਦੇ ਨੇ, ਜੇ ਤੂੰ ਵੀ ਇਹੋ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ ਫਿਰ ਸਾਡੇ 'ਚ ਅਤੇ ਉਹਦੇ 'ਚ ਕੀ ਫਰਕ ਰਹਿ ਗਿਆ। ਕਹਿੰਦਾ ਸਾਡੇ ਬਜ਼ੁਰਗਾਂ ਨੂੰ ਦਾਤ ਮਿਲੀ ਆ ਹੱਸਣ ਹਸਾਉਣ ਦੀ, ਲੋਕਾਂ ਨੂੰ ਹਸਾਉਣ ਦਾ ਕੰਮ ਕਰੀਏ। ਅਤੇ ਪਹਿਲਾਂ ਕਹਿੰਦਾ ਦਮੜੇ ਝਟਕਾਉਣ ਦਾ, ਦਮੜੇ ਮਤਲਬ ਪੈਸਿਆਂ ਦੀ ਗੱਲ ਕੀਤੀ ਆ। ਦੂਜਾ ਉਹਦੇ ਦੁਰਫੱਟੇ ਮੂੰਹ ਤੇਰਾ ਹੋਏ, ਰਿਹਾ ਨਾ ਹੋਏ ਢੱਕਣ ਦਾ ਢੱਕਣ, ਉਹ ਮੇਰਾ ਮਤਲਬ ਪਹਿਲਾਂ ਕਹਿੰਦਾ ਮੈਂ ਸਮਝ ਗਿਆ ਭਈ, ਸਮਝ ਗਿਆ, ਤੂੰ ਮੈਨੂੰ ਪੜ੍ਹਿਆ ਲਿਖਿਆ ਸਮਝ ਬੈਠਾ, ਬਾਰ-ਬਾਰ ਸਮਝਾਉਣ ਡਿਆ, ਮੈਂ ਸਿੱਧਾ ਸਾਦਾ ਅਨਪੜ੍ਹ ਬੰਦਾ ਅਤੇ ਪਹਿਲੇ ਝੱਟੇ ਹੀ ਗੱਲ ਸਮਝ ਜਾਂਦਾ ਹਾਂ। ਕਹਿੰਦਾ ਮੈਂ ਗੱਲ ਸਮਝ ਗਿਆ ਕਿਸ ਤਰੀਕੇ ਨਾਲ ਗੱਲ ਕਰਨੀ ਹੈ ਔਰ ਕੀ ਗੱਲ ਕਰਨੀ ਹੈ। ਦੂਜਾ ਕਹਿੰਦਾ ਹਾਲਾ ਲੈ ਫਿਰ ਹੋ ਜਾ ਤਿਆਰ। ਕਹਿੰਦਾ ਮੇਰੇ ਚਿੜੀ ਮਾਰ, ਆਹ ਲੰਗੋਟਾਂ ਕੱਸ ਲਏ ਬਈ, ਆਪਣੀ ਧੋਤੀ ਟੰਗਦਾ ਹੈ ਜਿਵੇਂ ਘੋਲ ਲਈ ਤਿਆਰ ਹੁੰਦਾ ਹੈ। ਕਹਿੰਦਾ ਲਓ ਜੀ ਗੱਲ ਸ਼ੁਰੂ ਕਰ ਦਿੰਦੇ ਹਾਂ। ਪਹਿਲਾ ਕਹਿੰਦਾ ਹਾਂ ਭਈ ਮੱਖਣਾ ਲੈ ਫਿਰ ਕਰੀਏ ਬਿਸਮਿਲ੍ਲਾ। ਦੂਜਾ ਕਹਿੰਦਾ ਯਾ ਅੱਲਾ। ਪਹਿਲਾ ਕਹਿੰਦਾ ਲੈ ਪਈ ਮੱਖਣਾ ਅਸੀਂ ਗਏ ਬਾਜ਼ਾਰ। ਦੂਜਾ ਕਹਿੰਦਾ ਵੀ ਅਸੀਂ ਗਏ ਬਾਜ਼ਾਰ। ਪਹਿਲਾ ਕਹਿੰਦਾ ਉੱਥੇ ਹੋ ਗਈਆਂ ਅੱਖਾਂ ਚਾਰ। ਦੂਜਾ ਕਹਿੰਦਾ ਉੱਥੇ ਹੋ ਗਈਆਂ ਅੱਖਾਂ ਚਾਰ। ਪਹਿਲਾ ਕਹਿੰਦਾ 1 ਅਨਾਰ ਤੇ 100 ਬਿਮਾਰ। ਦੂਜਾ ਵੀ ਕਹਿੰਦਾ 1 ਅਨਾਰ ਤੇ 100 ਬਿਮਾਰ, ਯਾਨੀ ਉਹਦੇ ਪਿੱਛੇ ਪਿੱਛੇ ਉਹ ਗੱਲਾਂ ਨੂੰ ਰਿਪੀਟ ਕਰਦੇ ਆ। ਪਹਿਲਾ ਕਹਿੰਦਾ ਸਾਡਾ ਲੁੱਟਿਆ ਗਿਆ ਘਰ ਬਾਰ, ਸਾਡਾ ਲੁੱਟਿਆ ਗਿਆ ਘਰ ਬਾਰ। ਪਹਿਲਾ ਅੱਗੋਂ ਰਾਂਝਾ ਕਹਿੰਦਾ, ਅੱਗੋਂ ਰਾਂਝਾ ਕਹਿੰਦਾ ਉਹ ਬਾਲਨਾਥ, ਉਹ ਬਾਲਨਾਥ। ਪਹਿਲਾ ਕਹਿੰਦਾ ਤੇਰੇ ਟਿੱਲੇ ਤੇ ਮੈਂ ਨਹੀਂ ਉਹ ਮਾਰਦਾ ਧਾਰ ਪਈ ਹੋਏ। ਦੂਜਾ ਕਹਿੰਦਾ ਦੁਰਫੱਟੇ ਮੂੰਹ ਤੇਰਾ ਹੋਏ, ਐ ਕੀ ਬਾਤ ਸੁਣਾਈ ਆ, ਨਾ ਸਿਰ ਆ ਨਾ ਮੂੰਹ ਹੈ ਨਾ ਮੱਥਾ ਆ, ਜਿਨ ਪਹਾੜ ਲੱਥਾ ਹੈ। ਉਹ ਬੇਇੱਜ਼ਤੀ ਕਰਵਾਉਂਦੇ ਆ ਸਾਡੇ ਖਾਨਦਾਨ ਦੀ। ਕਹਿੰਦਾ ਗੱਲ ਤੂੰ ਹੀ ਰਾਂਝੇ ਤੋਂ ਸ਼ੁਰੂ ਕੀਤੀ, ਆ ਕੇ ਤੂੰ ਕਹਿੰਦਾ ਬਾਲਨਾਥ 'ਤੇ ਖ਼ਤਮ ਕਰ ਰਿਹਾ। ਅਤੇ ਕਹਿੰਦਾ ਇਹ ਕਿਹੜੀ ਗੱਲ ਸੁਣਾਈ ਹੈ, ਨਾ ਇਹਦਾ ਸਿਰ ਹੈ ਨਾ ਪੈਰ ਹੈ ਨਾ ਮੂੰਹ ਹੈ ਨਾ ਮੱਥਾ ਹੈ, ਇੱਦਾਂ ਲੱਗਦਾ ਜਿੱਦਾਂ ਜਿੰਨ ਪਹਾੜ ਉਹ ਕਹਿੰਦਾ ਲੱਥਾ। ਕੋਈ ਚੱਜ ਦੀ ਕਹਿੰਦਾ ਗੱਲ ਸੁਣਾ। ਪਹਿਲਾ ਕਹਿੰਦਾ ਉਹ ਤੈਨੂੰ ਅਕਲ ਨਾ ਆਈ, ਮੈਂ ਨਵੀਂ ਗੱਲ ਸੁਣਾਈ, ਜਿਹਨੂੰ ਪਸੰਦ ਕਰੇ ਸਾਰੀ ਲੁਕਾਈ। ਕਹਿੰਦਾ ਮੈਂ ਤਾਂ ਅੱਜ ਕੱਲ੍ਹ ਦੀ ਨਵੀਂ ਗੱਲ ਹੀ ਕਹਿੰਦਾ ਸੁਣਾਈ ਹੈ। ਦੂਜਾ ਫਿਰ ਜਿਹੜਾ ਉਹ ਆਡੀਅੰਸ ਬੈਠੀ ਸੀ ਉਹਦੇ ਆਲ ਜਿਹੜਾ ਇਸ਼ਾਰਾ ਕਰਦਾ ਹੋਇਆ ਕਹਿੰਦਾ ਦੁਰਫੁੱਟੇ ਮੂੰਹ ਤੇਰਾ। ਕਹਿੰਦਾ ਦੇਖ ਤੇਰਾ ਮਤਲਬ ਹੈ ਵੀ ਹੁਣ ਹੈ ਸਿਆਣੇ ਬਿਆਣੇ ਨਿੱਕੇ ਨਿਆਣੇ, ਸਰਦਾਰ ਬਹਾਦਰ, ਆਹ ਥਾਣੇਦਾਰ ਸਾਹਿਬ, ਆਹ ਹੋਮਗਾਰਡ ਸਾਹਿਬ, ਇਹ CRP ਭਾਈ, ਤੇਰਾ ਮਤਲਬ ਹੈ ਵੀ ਤੇਰੀਆਂ ਜਬਲੀਆਂ ਪਸੰਦ ਕਰਨ ਤੱਕ ਆਏ ਨੇ। ਪਹਿਲਾ ਕਹਿੰਦਾ ਉਹ ਤੈਨੂੰ ਨਹੀਂ ਪਤਾ, ਆਹ ਟੈਲੀਵਿਜ਼ਨ 'ਚ ਨਿੱਤ ਇਹੋ ਕੁਝ ਆਉਂਦਾ, ਨਾ ਸਿਰ ਨਾ ਪੈਰ ਨਾ ਖੋਤਾ ਨਾ ਘੋੜਾ। ਕਹਿੰਦਾ ਤੈਨੂੰ ਨਹੀਂ ਪਤਾ ਅੱਜ ਕੱਲ੍ਹ ਟੈਲੀਵਿਜ਼ਨ 'ਚ ਇਹੋ ਕੁਝ ਆਉਂਦਾ ਅਤੇ ਲੋਕ ਇਹੋ ਕੁਝ ਹੀ ਕਹਿੰਦਾ ਸੁਣਦੇ ਨੇ। ਦੂਜਾ ਦਾ ਜਵਾਬ ਦਿੰਦਾ ਕਹਿੰਦਾ ਦੁਰਫੱਟੇ ਮੂੰਹ ਤੇਰਾ ਏ, ਉਹ ਮੂਰਖਾ, ਉਹਨਾਂ ਕਿਹੜਾ ਲੋਕਾਂ ਦੇ ਵਿੱਚ ਆ ਕੇ ਗੱਲ ਕਰਨੀ ਹੈ, ਡੱਬੇ ਜੇ ਵਿੱਚ ਆਉਣਾ ਅਤੇ ਦੌੜ ਜਾਣਾ। ਦੇਖਣ ਵਾਲੇ ਨੂੰ ਜੇ ਗੁੱਸਾ ਵੀ ਆਉਣਾ ਤਾਂ ਅਗਲਿਆਂ ਜੜ ਜਾਣਾ। ਕਹਿੰਦਾ ਦੇਖ ਵੀ ਉਹਨਾਂ ਕਿਹੜਾ ਲੋਕਾਂ ਦੇ ਸਾਹਮਣੇ ਆ ਕੇ ਗੱਲ ਕਰਨੀ ਹੈ, ਉਹ ਡੱਬੇ ਜੇ ਵਿੱਚ ਆਉਣਾ ਅਤੇ ਆ ਕੇ ਗੱਲ ਕਰਕੇ ਚੱਲ ਜਾਣਾ। ਅਤੇ ਜੇ ਕਹਿੰਦਾ ਲੋਕਾਂ ਨੂੰ ਗੁੱਸਾ ਆ ਗਿਆ ਤਾਂ ਲੋਕਾਂ ਨੇ ਕੀ ਕਰ ਸਕਦੇ ਨੇ। ਪਹਿਲਾਂ ਕਹਿੰਦਾ ਭਲਾ ਉਹ ਕਿਉਂ ਬਾਈ, ਨਾ ਜਰਨ ਖਾਨ ਵੱਡੇ ਸ਼ੇਰ ਖਾਨ। ਕਹਿੰਦਾ ਦੂਜਾ ਦੁਰਫੱਟੇ ਮੂੰਹ ਤੇਰਾ ਹੈ, ਉਹ ਮੂਰਖਾ, ਗੁੱਸਾ ਕਿਹਨਾਂ ਕੀ ਤੇ ਕਰਨਾ, ਤੇਰਾ ਖਿਆਲ ਆ ਭਈ ਗੁੱਸਾ ਕਰਕੇ ਆਪਣੇ ਹਜ਼ਾਰਾਂ ਦਾ TV ਭੰਨ ਲੈਣੋ। ਪਹਿਲਾਂ ਕਹਿੰਦਾ ਹਲਾ। ਦੂਜਾ ਕਹਿੰਦਾ ਤੇ ਹੋਰ ਕੀ, ਓਏ ਇੱਧਰ ਆਪਾਂ ਇਹਨਾਂ ਦੇ ਵਿੱਚ ਖਲੋ ਕੇ ਗੱਲ ਕਰਨੀ ਹੋਈ, ਜੇ ਗੱਲ ਪਸੰਦ ਆਈ ਤਾਂ ਪੈ ਗਈ ਦੁਹਾਈ, ਅਤੇ ਨਹੀਂ ਤੇ ਕਹਿੰਦਾ ਨਾਨੀ ਯਾਦ ਆਈ। ਕਹਿੰਦਾ ਇਹਨਾਂ ਦੇ ਵਿੱਚ ਖਲੋ ਕੇ ਗੱਲ ਕਰਨੀ ਹੈ, ਜੇ ਕਹਿੰਦਾ ਇਹਨਾਂ ਨੂੰ ਗੱਲ ਪਸੰਦ ਆਈ ਤਾਂ ਕਹਿੰਦਾ ਇਹਨਾਂ ਨੇ ਸਾਨੂੰ ਜਿਹੜੀ ਆ ਸਾਡੀ ਤਾਰੀਫ ਕਰਨਗੇ, ਪਰ ਕਹਿੰਦਾ ਜੇ ਸਾਡੀ ਗੱਲ ਨਹੀਂ ਪਸੰਦ ਆਈ ਤਾਂ ਕਹਿੰਦਾ ਸਾਡੀ ਇੱਥੇ ਮਾਰ ਕੁਟਾਈ ਹੋ ਜਾਣੀ ਹੈ, ਸਾਨੂੰ ਨਾਨੀ ਯਾਦ ਕਹਿੰਦਾ ਇਹਨਾਂ ਨੇ ਕਰਵਾ ਦੇਣੀ ਹੈ। ਪਹਿਲਾਂ ਕਹਿੰਦਾ ਉਹ ਬੱਲੇ ਬੱਲੇ ਬਈ ਮੱਖਣਾ, ਦਿਮਾਗ ਤਾਂ ਤੇਰਾ ਇਉਂ ਚੱਲਦਾ ਜਿਵੇਂ ਚੱਲਦਾ ਹੈ ਘਰਾਟ। ਦੂਜਾ ਕਹਿੰਦਾ ਲੈ ਫਿਰ ਹੁਣ ਗੱਲ ਸੁਣ ਘਰਾਟਾਂ ਦੀ। ਹੁਣ ਦੋਨੋਂ ਜਣੇ ਕੁਛ ਸਟਾਰਟ ਕਰਦੇ ਨੇ। ਮੱਖਣਾ ਪਹਿਲਾ, ਮੱਖਣ ਨਿਤ ਬਨੇਰੇ ਵੱਜਦੇ ਰਕਾਟਾਂ ਦੀ। ਦੂਜਾ ਰਕਾਟਾਂ ਦੀ। ਪਹਿਲਾ ਦੁੱਗ ਦੁੱਗ ਕਰਦੇ ਬੰਬੂ ਕਾਟਾਂ ਦੀ, ਦੂਜੇ ਬੰਬੂ ਕਾਟਾਂ ਦੀ। ਹੁਣ ਇਹ ਦੋਨੋਂ ਜਣੇ ਨੇ ਸਟੇਜ ਦੇ ਉੱਪਰ ਇੱਕ ਦੂਸਰੇ ਦਾ ਕੀ ਕਰਦੇ ਨੇ, ਸੁਣੋ। ਮੂੰਹ ਨਾਲ ਆਵਾਜ਼ ਕੱਢਦਾ, ਮੰਚ ਦੇ ਗੇੜੇ ਕੱਢਦੇ ਨੇ, ਜਿਵੇਂ ਮੋਟਰਸਾਈਕਲ ਚੱਲ ਰਿਹਾ ਹੋਵੇ, ਦੂਜੇ ਨੂੰ ਇਸ਼ਾਰਾ ਕਰਦਾ, ਉਹ ਉਸਦੇ ਪਿੱਛੇ ਇਉਂ ਚੱਲਣ ਲੱਗ ਪੈਂਦਾ ਜਿਵੇਂ ਮੋਟਰਸਾਈਕਲ 'ਤੇ ਬੈਠਾ ਹੋਵੇ। ਦੋਵੇਂ ਮੰਚ ਦੇ ਗੇੜੇ ਕੱਢਦੇ ਨੇ। ਅਚਾਨਕ ਮੰਚ ਦੇ ਖੱਬੇ ਪਾਸਿਓਂ 2 ਬੰਦੇ ਆਉਂਦੇ ਨੇ। ਦੋਵਾਂ ਦੇ ਕੱਪੜੇ ਸ਼ਹਿਰੀਆਂ ਵਾਲੇ ਹਨ, ਪਰ ਜਿਹੜੇ ਚਿਹਰੇ 'ਤੇ ਮੇਕਅਪ ਹੋਇਆ ਸਪਸ਼ਟ ਲੱਗਦਾ ਜਿਵੇਂ ਡਰਾਮੇ ਦੇ ਕਲਾਕਾਰ ਹੋਣ, ਅਤੇ ਅਜੇ ਪਾਤਰਾਂ ਨੇ ਕਾਸਟਿਊਮ ਨਹੀਂ ਪਾਈ, ਸਿੱਧਾ ਗ੍ਰੀਨ ਰੂਪ ਵਿੱਚ ਆਉਂਦੇ ਨੇ। ਅਤੇ ਇਹ ਸਟੇਜ ਦੇ ਉੱਪਰ ਲੋਕਾਂ ਨੂੰ ਹਸਾਉਣ ਵਾਸਤੇ ਮੋਟਰਸਾਈਕਲ ਦੀ ਆਵਾਜ਼ ਕੱਢਦੇ ਨੇ, ਇੱਕ ਦੂਸਰੇ ਦੇ ਪਿੱਛੇ ਚੱਲਦੇ ਨੇ। ਠੀਕ ਹੈ,
ਇੱਥੋਂ ਤੱਕ ਬੇਟਾ ਅਸੀਂ ਪੜ੍ਹ ਲਿਆ ਦੋਨੋਂ ਮਰਾਸੀਆਂ ਦੇ ਵਿੱਚ ਕੀ ਗੱਲਬਾਤ ਹੁੰਦੀ ਹੈ। ਇਸ ਤੋਂ ਬਾਅਦ ਅਸੀਂ ਕੰਟੀਨਿਊ ਕਰਾਂਗੇ। ਥੈਂਕ ਯੂ।